ਅਸੀਂ ਕਿਸੇ ਵੀ ਵਿਰੋਧੀ ਬੀਜੇਪੀ ਵਿਰੋਧੀ ਕੈਂਡੀਡੇਟ ਨੂੰ ਵੀ ਜਿਤਾਓ ਫਲਾਨਾ ਕੈਂਡੀਡੇਟ ਨੂੰ ਇਹ ਕੋਈ ਫੈਸਲਾ ਨਹੀਂ ਹੋਇਆ। ਇਹ ਖੇਤੀ ਐਕਟ ਨੇ ਜਿਹੜੇ ਤਿੰਨੇ ਇਹ ਭਾਵੇਂ ਖੇਤੀ ਐਕਟ ਕਹਿ ਦਿੰਦੇ ਆ ਪਰ ਨਾਲ ਇਹ ਦੂਜੇ ਵਰਗਾਂ ਤੇ ਵੀ ਵਪਾਰੀਆਂ ਤੇ ਛੋਟੇ ਵਪਾਰੀਆਂ ਤੇ ਸ਼ੈਲਰਾਂ ਵਾਲਿਆਂ ਤੇ ਆੜ੍ਹਤੀਆਂ ਤੇ ਦੁਕਾਨਦਾਰਾਂ ਤੇ ਮਜ਼ਦੂਰਾਂ ਤੇ ਸਾਰਿਆਂ ਤੇ ਅਸਰ ਪਾਉਂਦੀਆਂ ਨੇ। ਜੇ ਸਰਕਾਰ ਸੱਚੋਂ ਹੀ ਮਤਲਬ ਚਾਹੁੰਦੀ ਆ ਵੀ ਯਾਰ ਇਹ ਜੀ ਭਾਵੇਂ ਲੈ ਕਰਾ ਕੇ ਦੇਖ ਲਓ ਵੀ ਐ ਲੜ ਕੇ ਵੇਖ ਲਓ ਐ ਮੈਦਾਨ 'ਚ ਤੁਸੀਂ ਜਿੱਤ ਕੇ ਦੇ ਫਿਰ ਉਹ ਇੱਕ ਦਿਨ ਇੱਕ ਵਾਰੀ EVM ਤੋਂ ਬਿਨਾਂ ਕਰਾ ਕੇ ਬੈਲਟ ਪੇਪਰਾਂ ਤੋਂ ਵੀ ਕਰਾ ਕੇ ਦੇਖ ਲਏ ਆ ਫਿਰ ਭਾਵੇਂ ਫਿਰ ਦੂਜੇ ਪੱਤੇ ਫਿਰ ਵੀ ਰਹਿਣਗੇ ਪਰ ਫਿਰ ਵੀ ਆਹ ਜਿਹੜਾ EVM ਵਾਲਾ ਜਿਹੜਾ ਦੋਸ਼ ਹੈ ਇਹ ਸਰਕਾਰ ਤੇ ਲੱਗਦਾ ਇਹ ਸਾਫ਼ ਹੋ ਜਾਊਗਾ। ਸਰਕਾਰ ਇਹੋ ਜਿਹੇ ਆਪਸ਼ਨ ਲੈ ਕੇ ਆਵੇ ਵੀ ਗਰੰਟੀ ਵਾਲੀ ਗੱਲ ਤੇ ਵੀ ਤੁਸੀਂ ਜਿਹੜੀ 100% ਦੀ ਗਰੰਟੀ ਸਾਰੀਆਂ ਫਸਲਾਂ ਦੀ ਕਰਦੇ ਆ ਅਸੀਂ ਇੰਨੇ ਦੀ ਕਾਨੂੰਨੀ ਗਰੰਟੀ ਕਰ ਦਿੰਦੇ ਆ। ਹਜੇ ਤਾਂ ਕਾਨੂੰਨੀ ਗਰੰਟੀ ਤੇ ਆ ਵੀ ਨਹੀਂ ਰਹੇ, ਹਜੇ ਤਾਂ ਸਿਰਫ ਐਗਜੈਕਟਿਵ ਫੈਸਲਾ ਹੁੰਦਾ ਇਹਨਾਂ ਦਾ ਵੀ ਭਾਈ ਅਸੀਂ ਫਸਲ ਖਰੀਦਾਂਗੇ। ਖਰੀਦਣ ਨਾ ਖਰੀਦਣ ਉਹਦੇ ਤੇ ਜਵਾਬਦੇਹੀ ਕੋਈ ਨਹੀਂ। ਉਹ 26 ਜਨਵਰੀ ਤੋਂ ਪਹਿਲਾਂ ਲੱਗਿਆ ਡੈਡਲੌਕ ਹਜੇ ਤੱਕ ਖੁੱਲਿਆ ਨਹੀਂ। ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਨਹੀਂ ਹੋਈ ਜਦਕਿ ਪ੍ਰੋਗਰਾਮ ਕਿਸਾਨ ਦਿੰਦੇ ਆ ਰਹੇ ਨੇ। ਬੇਸ਼ੱਕ ਕੁਝ ਪ੍ਰੋਗਰਾਮ ਕਿਸਾਨਾਂ ਨੇ ਮੁਲਤਵੀ ਕੀਤੇ, ਰੱਦ ਵੀ ਕੀਤੇ ਤੇ ਬਦਲ ਕੇ ਦਿੱਤੇ ਗਏ, ਲੇਕਿਨ ਉਹ ਪ੍ਰੋਗਰਾਮਾਂ ਦੇ ਨਾਲ ਕੀ ਦਬਾਅ ਪੈ ਰਿਹਾ ਆ ਜਾਂ ਕਿਸ ਤਰੀਕੇ ਦੀ ਰਣਨੀਤੀ ਨਾਲ ਨਵੀਂ ਘੜੀ ਜਾ ਰਹੀ ਆ ਤੇ ਜਿਹੜੀ ਖੇਤੀ ਕਾਨੂੰਨ ਰੱਦ ਕਰਨ ਦੀ ਜੋ ਲੜਾਈ ਆ ਉਹ ਸਿਆਸੀ ਕਿਤੇ ਨਾ ਕਿਤੇ ਇਸ ਵਕਤ ਬਣਦੀ ਜਾ ਰਹੀ। ਮੇਰੇ ਨਾਲ ਸੁਰਜੀਤ ਫੂਲ ਨੇ। ਫੂਲ ਸਾਹਿਬ, 3 ਖੇਤੀ ਕਾਨੂੰਨ ਰੱਦ ਕਰਾਉਣ ਆਏ ਸੀ। ਜਦੋਂ ਮੀਟਿੰਗਾਂ ਹੁੰਦੀਆਂ ਸੀ ਉਦੋਂ ਵੀ ਖੇਤੀ ਕਾਨੂੰਨ ਰੱਦ ਕਰਨ ਦੀਆਂ ਗੱਲਾਂ ਹੁੰਦੀਆਂ ਸੀ, ਲੇਕਿਨ ਹੁਣ ਗੱਲ ਕੀ ਹੋ ਰਹੀ ਹੈ 5 ਸੂਬਿਆਂ 'ਚ ਚੋਣਾਂ ਨੇ, ਹੋਰ ਪਾਰਟੀ ਨੂੰ ਜਾਂ ਉਹੋ ਜਿਹੇ ਉਮੀਦਵਾਰ ਨੂੰ ਵੋਟ ਪਾਈ ਜਾਵੇ। ਕਿਸਾਨ ਇਹ ਪ੍ਰਚਾਰ ਕਰ ਰਹੇ ਨੇ ਕਿ ਜਿਹੜਾ BJP ਦੇ ਕੈਂਡੀਡੇਟ ਨੂੰ ਹਰਾ ਸਕੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਵਿਰੋਧੀਆਂ ਵਾਲਾ ਕੰਮ ਕਰਨ ਲੱਗ ਪਏ ਤੁਸੀਂ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਠੀਕ ਆ ਅਸੀਂ ਫੈਸਲਾ ਕੀਤਾ ਹੈ। ਅਸੀਂ ਐਕਸ਼ਨ ਪ੍ਰੋਗਰਾਮ ਵੀ ਦਿੱਤਾ। ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ 6 ਮਾਰਚ ਨੂੰ KMP ਬਲੌਕ ਕਰਨ ਵਾਲਾ ਜਿਹੜਾ ਅਸੀਂ ਸਮਝਦੇ ਹਾਂ ਵੀ 26 ਜਨਵਰੀ ਤੋਂ ਬਾਅਦ ਲਗਭਗ 1.5-1.25 ਮਹੀਨੇ ਬਾਅਦ ਦਿੱਲੀ ਆਧਾਰਿਤ ਦਿੱਲੀ ਕੇਂਦਰਿਤ ਪਹਿਲਾ ਐਕਸ਼ਨ ਪ੍ਰੋਗਰਾਮ ਹੈ। ਹੋਰ ਐਕਸ਼ਨ ਪ੍ਰੋਗਰਾਮ ਆਏ ਆ ਬਾਹਰਲੀਆਂ ਸਟੇਟਾਂ 'ਚ ਪਰ ਦਿੱਲੀ ਕੇਂਦਰਿਤ ਐਕਸ਼ਨ ਪ੍ਰੋਗਰਾਮ ਪਹਿਲਾ ਹੈ। ਪਰ ਨਾਲ ਹੀ ਅਸੀਂ ਜਿਹੜਾ ਤੁਸੀਂ ਕਹਿੰਦੇ ਆ ਵੀ ਚੋਣਾਂ ਵਾਲਾ ਕੀਤਾ ਉਹ ਇੱਕ ਤਾਂ ਇੰਨਾ ਕੁ ਅਸੀਂ ਤੁਹਾਨੂੰ ਦਰੁਸਤ ਕਰ ਦਈਏ ਜੇ ਤੁਹਾਨੂੰ ਇਨਫੋਰਮੇਸ਼ਨ ਮੇਰੇ ਹਿਸਾਬ ਨਾਲ ਨਹੀਂ ਸਹੀ ਮਿਲੀ ਵੀ ਅਸੀਂ ਕਿਸੇ ਵੀ ਵਿਰੋਧੀ BJP ਵਿਰੋਧੀ ਕੈਂਡੀਡੇਟ ਨੂੰ ਵੀ ਜਿਤਾਓ ਫਲਾਨਾ ਕੈਂਡੀਡੇਟ ਨੂੰ ਇਹ ਕੋਈ ਫੈਸਲਾ ਨਹੀਂ ਹੋਇਆ। ਸਿਰਫ ਫੈਸਲਾ ਇਹ ਹੋਇਆ ਵੀ ਜਿਹੜੀਆਂ ਉੱਥੇ ਟੀਮਾਂ ਜਾਣਗੀਆਂ ਉਹ ਪਹਿਲੇ ਨੰਬਰ 'ਤੇ ਤਾਂ ਜਿਹੜਾ ਇਹਦਾ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਹੈ, ਮਜ਼ਦੂਰ ਵਿਰੋਧੀ ਕਾਨੂੰਨ ਹੈ, ਉਹਨਾਂ ਨੂੰ ਲੈ ਕੇ ਸਰਕਾਰ ਦਾ ਰੋਲ ਕੀ ਆ ਉਹਦਾ ਐਕਸਪੋਜ਼ ਕਰਨਗੇ। ਨਾਲ ਸੱਦਾ ਇਹ ਹੋਊਗਾ ਵੀ ਤੁਸੀਂ BJP ਨੂੰ ਸੱਟ ਮਾਰੋ, BJP ਨੂੰ ਸਜ਼ਾ ਦਿਓ। ਹੁਣ BJP ਦੇ ਵਿਰੋਧੀ 20 ਪਾਰਟੀਆਂ 10 ਕੈਂਡੀਡੇਟ ਹੋ ਸਕਦੇ ਆ, 10 ਪਾਰਟੀਆਂ ਹੋ ਸਕਦੀਆਂ। ਅਸੀਂ ਕਿਹਨੂੰ ਨਹੀਂ ਕਹਾਂਗੇ ਵੀ ਇਹਨੂੰ ਸੱਟ ਮਾਰੋ ਤੇ ਇਹਨੂੰ ਜਿਤਾਓ। ਹਾਂ, ਜੇ ਜਿਤਾਉਣ ਵਾਲੀ ਗੱਲ ਹੋਊਗੀ ਫਿਰ ਜ਼ਰੂਰ ਬਣ ਜਾਊਗਾ ਵੀ ਜਿਹੜਾ ਮੋਰਚਾ ਕਿਸੇ ਇੱਕ ਪਾਰਟੀ ਦਾ, ਵਿਸ਼ੇਸ਼ ਪਾਰਟੀ ਦਾ, ਉਹਦੀ ਪੂਛ ਬਣਨ ਵਾਲੀ ਗੱਲ ਹੋਊ। ਅਸੀਂ ਇਹ ਜਾਂ ਨਹੀਂ ਕਰਾਂਗੇ। ਫੈਸਲੇ 'ਚ ਇਹ ਹੈਗਾ ਵੀ BJP ਦੇ ਨੂੰ ਸਜ਼ਾ ਦਿਓ ਕਿਉਂਕਿ ਇਹਨੇ 6 ਸਾਲਾਂ ਦੇ ਵਿੱਚ ਕਿਸਾਨ ਵਿਰੋਧੀ, ਲੋਕ ਵਿਰੋਧੀ ਰੋਲ ਅਦਾ ਕੀਤਾ। ਇਹਨੇ ਇਹ ਸਜ਼ਾ ਦੀ ਹੱਕਦਾਰ ਹੈ, ਇਹ ਸੱਤਾ 'ਚ ਆਉਣ ਦੀ ਹੱਕਦਾਰ ਨਹੀਂ। ਇਹ ਕਹਿ ਰਹੇ ਹੋ ਕਿ ਸੱਤਾ 'ਚ ਆਉਣ ਦੀ ਹੱਕਦਾਰ BJP ਨਹੀਂ ਹੈ, ਲੇਕਿਨ ਲਗਾਤਾਰ ਜੇ ਇਲੈਕਸ਼ਨਾਂ ਦੀ ਗੱਲ ਕਰ ਲਈਏ, ਜਿੱਥੇ ਵੱਡੀਆਂ ਇਲੈਕਸ਼ਨਾਂ ਹੋਈਆਂ ਨੇ ਉੱਥੇ BJP ਨੇ ਬਾਜੀ ਮਾਰੀ ਹੈ ਤੇ ਐਤਕੀ ਵੱਡਾ ਦਾਅਵਾ ਬੰਗਾਲ ਨੂੰ ਲੈ ਕੇ ਵੀ ਹੈ ਕਿ ਬਹੁਮਤ ਹੋਊਗੀ ਤੇ ਬਹੁਤ ਵੱਡਾ ਅੰਕੜਾ ਸੀਟਾਂ ਦਾ ਮਿਲੂਗਾ। ਇਹ BJP ਦਾਅਵਾ ਕਰਦੀ ਆ, ਲੇਕਿਨ ਕੀ ਲੱਗਦਾ ਆ ਜੇ 5 ਸੂਬਿਆਂ ਦੀ ਗੱਲ ਕਰ ਲਈਏ ਤਾਂ ਕਿਸਾਨ ਅੰਦੋਲਨ ਦਾ ਕਿੰਨਾ ਕੁ ਦਬਾਅ ਲੱਗਦਾ ਆ? ਕਿਤੇ ਵੇਖਣ ਨੂੰ ਮਿਲਦਾ ਆ ਵੀ ਕਿਸਾਨ ਅੰਦੋਲਨ ਦੇ ਨਾਲ BJP ਦੀ ਜਿਹੜੀ ਰਾਜਨੀਤਿਕ ਜ਼ਮੀਨ ਉਹ ਖੁੱਸ ਜੇਗੀ? ਦੇਖੋ ਜੀ, ਇਹ ਪਹਿਲੀ ਵਾਰ ਹੋਇਆ ਵੀ ਜਿਹੜਾ ਅੰਦੋਲਨ ਹੈ ਕੋਈ, ਇਹ ਤੋਂ ਪਹਿਲਾਂ ਕਿਸਾਨਾਂ ਦੇ ਬਹੁਤ ਅੰਦੋਲਨ ਸੀ ਪਰ ਉਹਨਾਂ ਨੇ ਦੇਸ਼ ਵਿਆਪੀ ਜਾਂ ਦੇਸ਼ ਪੱਧਰੀ ਉਹਨੇ ਖਾਸਾ ਨਹੀਂ ਇਖਤਿਆਰ ਕੀਤਾ ਸੀ। ਇਹ ਅੰਦੋਲਨ ਹੈ ਪਹਿਲੀ ਵਾਰ ਜਿਹਨੇ ਪਹਿਲੀ ਵਾਰ ਕਾਫੀ ਸਮੇਂ ਸਾਲਾਂ ਤੋਂ ਮੈਨੂੰ ਲੱਗਦਾ ਵੀ ਲਗਾਤਾਰ ਇਹਦਾ ਅੰਦੋਲਨ ਬਣਿਆ ਹੋਵੇ ਤੇ ਉਹ ਸਾਰੇ ਸੂਬਿਆਂ ਦਾ ਆਲ ਇੰਡੀਆ ਦਾ ਕਿਸਾਨ ਅੰਦੋਲਨ ਬਣਿਆ ਹੋਵੇ। ਇਹ ਪਹਿਲੀ ਵਾਰ ਹੋਇਆ ਤੇ ਹੁਣ ਖਾਸ ਕਰਕੇ ਜਿਹੜੀਆਂ ਦਿੱਲੀ ਤੋਂ ਦੂਰ ਦੀਆਂ ਸਟੇਟਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਜਿਹੜੀਆਂ ਕਾਨਫਰੰਸਾਂ ਹੋਈਆਂ ਨੇ, ਕਿਸਾਨ ਕਾਨਫਰੰਸਾਂ ਜਾਂ ਉਹਨਾਂ ਨੂੰ ਪੰਚਾਇਤਾਂ ਕਹਿ ਲਓ, ਮਹਾ ਪੰਚਾਇਤਾਂ ਕਹਿ ਲਓ, ਉਹਨਾਂ ਦੇ ਵਿੱਚ ਜਿਹੜੇ ਹਜ਼ਾਰਾਂ ਦਾ ਜਿਹੜਾ ਇਕੱਠ ਹੋਇਆ ਇਹ ਕਾਨੂੰਨਾਂ ਦੇ ਖਿਲਾਫ MSP ਦੀ ਖਾਤਰ, MSP ਦੀ ਗਰੰਟੀ ਦੀ ਖਾਤਰ। ਇਹ ਦਿਖਾਉਂਦਾ ਹੈ ਵੀ ਇਹਦਾ ਜਿਹੜਾ ਲਹਿਰ ਹੈ ਇੱਕ BJP ਦੇ ਵਿਰੋਧੀ ਇਹ ਕਿਸਾਨ ਅੰਦੋਲਨ ਨੇ ਕਿਸਾਨਾਂ 'ਚ ਖਾਸ ਕਰਕੇ ਤੇ ਕਿਸਾਨਾਂ ਦੇ ਨਾਲ ਕਿਉਂਕਿ ਜਿਹੜੇ ਐਕਟ ਨੇ ਇਹ ਖੇਤੀ ਐਕਟ ਨੇ ਜਿਹੜੇ ਤਿੰਨੇ ਇਹ ਭਾਵੇਂ ਖੇਤੀ ਐਕਟ ਕਹਿ ਦਿੰਦੇ ਆ ਪਰ ਨਾਲ ਇਹ ਦੂਜੇ ਵਰਗਾਂ ਤੇ ਵੀ ਵਪਾਰੀਆਂ ਤੇ ਛੋਟੇ ਵਪਾਰੀਆਂ ਤੇ ਸ਼ੈਲਰਾਂ ਵਾਲਿਆਂ ਤੇ ਆੜ੍ਹਤੀਆਂ ਤੇ ਦੁਕਾਨਦਾਰਾਂ ਤੇ
ਮਜ਼ਦੂਰਾਂ ਤੇ ਸਾਰਿਆਂ ਤੇ ਅਸਰ ਪਾਉਂਦੀਆਂ ਨੇ। ਇਹ ਸਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ 'ਚੋਂ ਪਤਾ ਲੱਗਿਆ। ਇਹ ਪਹਿਲਾਂ ਸਾਨੂੰ ਐ ਸੀਗਾ ਵੀ ਸ਼ਹਿਰੀ ਚੋਣਾਂ ਨੇ ਇੱਥੇ ਅੰਦੋਲਨ ਦਾ ਕੋਈ ਅਸਰ ਨਹੀਂ ਪੈਣਾ, ਪਰ ਜਿਵੇਂ ਬੀਜੇਪੀ ਦਾ ਉੱਥੇ ਸੁਪੜਾ ਸਾਫ਼ ਹੋਇਆ, ਛੋਟੀਆਂ ਭਾਵੇਂ ਸਥਾਨਕ ਚੋਣਾਂ ਸੀਗੀਆਂ, ਇਹਦੇ 'ਚ ਹੈਗਾ ਵੀ ਅੰਦੋਲਨ ਦਾ ਅਸਰ ਖੁਦ ਬੀਜੇਪੀ ਮੰਨੀ ਹੈ ਵੀ ਇਹਦਾ ਅਸਰ ਸਾਨੂੰ ਇਹਦੇ ਕਰਕੇ ਨੁਕਸਾਨ ਹੋਇਆ। ਜੇ ਪੰਜਾਬ ਦੇ ਵਿੱਚ ਨੁਕਸਾਨ ਹੋ ਸਕਦਾ ਤਾਂ ਦੂਜੀਆਂ ਸੂਬਿਆਂ ਦੇ ਵਿੱਚ ਵੀ ਇਹ ਲਾਜ਼ਮੀ ਇਹਦੇ ਨਾਲ ਹੋਰ ਨਹੀਂ ਸੀ ਕਹਿੰਦੇ ਵੱਡਾ ਫਰਕ ਪੈ ਜਾਊਗਾ, ਪਰ ਇੱਕ ਤਰ੍ਹਾਂ ਦੀ ਮੋਰਲੀ ਹੈ ਜਿਹੜੀ ਉਹ ਇਹਨਾਂ ਦੀ ਹਾਰ ਹੁੰਦੀ ਹੈ, ਅਖਲਾਕੀ ਵੀ ਹਾਰ ਹੁੰਦੀ ਹੈ ਤੇ ਲੋਕਾਂ ਨੂੰ ਉਤਸ਼ਾਹ ਮਿਲਦਾ। ਇੱਕ 5 ਸੂਬਿਆਂ ਦੇ ਵਿੱਚ ਠੀਕ ਹੈ, ਇੱਥੇ ਜਿਹੜੀਆਂ ਦੂਜੇ ਸਟੇਟਾਂ ਸੂਬਿਆਂ ਦੇਸ਼ਾਂ ਨੂੰ ਕੋਈ ਨਿਰਪੱਖ ਚੋਣਾਂ ਨਹੀਂ ਹੁੰਦੀਆਂ, ਇਹ ਵੀ ਆਪਾਂ ਨੂੰ ਪਤਾ। ਇੱਥੇ ਹਰ ਤਰ੍ਹਾਂ ਦਾ ਧਰਮ ਦਾ, ਜਾਤ ਦਾ, ਪੈਸਾ, ਰਾਜ ਮਿਸ਼ਨਰੀ ਸਾਰਾ ਕੁਝ ਉਹਦੀ ਵਰਤੀ ਜਾਂਦੀ ਹੈ, ਹੇਰਾ ਫੇਰ ਵੀ ਵਰਤੀ ਜਾਂਦੀ। ਮਸ਼ੀਨਾਂ ਵਾਲੀ ਗੱਲ ਵੀ ਕੋਈ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਸੱਚਮੁੱਚ ਸਰਕਾਰ ਸਹੀ ਹੋਵੇ ਵੀ ਇਹ ਭਾਈ ਈਵੀਐਮ ਮਸ਼ੀਨਾਂ ਵਾਲੀ ਕੋਈ ਹੈ ਨਹੀਂ ਤਾਂ ਇੱਕ ਵਾਰੀ ਉਹ ਬਿਨਾਂ ਈਵੀਐਮ ਤੋਂ ਵੀ ਕਰਾ ਕੇ ਦੇਖ ਲਿਓ। ਤੁਸੀਂ ਫਿਰ ਆਪਣੀ ਜਿਹੜਾ ਪਹਿਲਾਂ ਇਸ ਤੋਂ ਬਾਅਦ ਸ਼ਾਇਦ ਭਵਿੱਖ ਦੇ ਗਰਭ 'ਚ ਜੋ ਸਵਾਲ ਸਾਡੇ ਕੋਲ ਹੈਗਾ ਤੁਸੀਂ ਉਹ ਜਵਾਬ ਉਹਦਾ ਹੁਣੇ ਦੇਈ ਜਾਂਦੇ ਹੋ। ਹਾਂ ਵੀ ਉਹ ਜੇ ਇਹਦੇ ਵਿੱਚ ਠੀਕ ਹੈ ਤੁਸੀਂ ਕਹਿ ਦਿਓਗੇ ਵੀ ਫਿਰ ਤੁਸੀਂ ਤਾਂ ਕਹਿ ਦਿਓਗੇ ਵੀ ਇਹ ਈਵੀਐਮ ਨਾਲ ਹੋ ਗਿਆ, ਠੀਕ ਹੈ, ਇਹ ਗੱਲ ਨੂੰ ਰੱਦ ਨਹੀਂ ਹੁੰਦੀ। ਇਹ ਹੈਗਾ ਬਹੁਤ ਉਹਦੀਆਂ ਆਹ ਜਿਹੜੀਆਂ ਮਾਹਰ ਨੇ ਹੈਗੇ ਨੇ ਜਿਹੜੇ ਇਹਦੀਆਂ ਮਸ਼ੀਨਾਂ ਦੇ, ਉਹਨਾਂ ਨੇ ਆਪਣੀਆਂ ਦੱਸਿਆ। ਜੇ ਸਰਕਾਰ ਸੱਚਮੁੱਚ ਮਤਲਬ ਚਾਹੁੰਦੀ ਆ ਵੀ ਯਾਰ ਇਹ ਜੀ ਭਾਵੇਂ ਲੈ ਕਰਾ ਕੇ ਦੇਖ ਲਓ ਵੀ ਐ ਲੜ ਕੇ ਵੇਖ ਲਓ, ਐ ਮੈਦਾਨ 'ਚ ਤੁਸੀਂ ਜਿੱਤ ਕੇ ਦੇ, ਫਿਰ ਉਹ ਇੱਕ ਦਿਨ ਇੱਕ ਵਾਰੀ ਈਵੀਐਮ ਤੋਂ ਬਿਨਾਂ ਕਰਾ ਕੇ ਬੈਲਟ ਪੇਪਰਾਂ ਤੋਂ ਵੀ ਕਰਾ ਕੇ ਦੇਖ ਲੇ ਆ, ਫਿਰ ਭਾਵੇਂ ਫਿਰ ਦੂਜੇ ਪੱਤੇ ਫਿਰ ਵੀ ਰਹਿਣਗੇ, ਪਰ ਫਿਰ ਵੀ ਆਹ ਜਿਹੜਾ ਈਵੀਐਮ ਵਾਲਾ ਜਿਹੜਾ ਦੋਸ਼ ਹੈ ਇਹ ਸਰਕਾਰ ਤੇ ਲੱਗਦਾ, ਇਹ ਸਾਫ਼ ਹੋ ਜਾਊਗਾ। ਸੋ ਇਸ ਕਰਕੇ ਇਹਨਾਂ ਚੋਣਾਂ ਨੂੰ ਅਸੀਂ ਹਿੰਦੁਸਤਾਨ ਦੇ ਵਿੱਚ ਜਿੰਨਾ ਇੱਥੇ ਹੇਰਾਫੇਰੀ ਹੈਗੀ ਹੈ, ਇਹਨਾਂ ਚੋਣਾਂ ਨੂੰ ਤੁਸੀਂ ਲੋਕਾਂ ਦਾ ਮੈਂਡੇਟ ਕਹਿ ਦਿਓ, ਲੋਕਾਂ ਦਾ ਫਤਵਾ ਕਹਿ ਦਿਓ, ਇਹ ਨਹੀਂ ਕਿਹਾ ਜਾ ਸਕਦਾ। ਤੁਸੀਂ ਫਤਵੇ ਦੀ ਗੱਲ ਕਰਦੇ ਹੋ, ਲੇਕਿਨ ਆਪਾਂ ਡਾਇਲੌਗ ਦੀ ਗੱਲ ਕਰ ਲਈਏ ਤਾਂ ਡਾਇਲੌਗ ਕੀ ਲੱਗਦਾ ਹੈ ਕਿ ਮਈ ਤੋਂ ਪਹਿਲਾਂ ਡਾਇਲੌਗ ਸ਼ੁਰੂ ਹੋਣਗੇ? ਕਿਉਂਕਿ ਚੋਣਾਂ ਦੀ ਗੱਲ ਕਰ ਲਈਏ ਤਾਂ ਮਈ ਤੱਕ ਤਾਂ ਫਿਰ ਗੱਲ ਜਾਂਦੀ ਨਜ਼ਰ ਆਉਂਦੀ ਹੈ ਨਾ, ਮਈ ਤੱਕ ਸਰਕਾਰ ਨਾਲ, ਕਿਉਂਕਿ ਸਰਕਾਰ ਵੱਲੋਂ ਤਾਂ ਅਜੇ ਤੱਕ ਕੋਈ ਬਿਆਨਬਾਜ਼ੀ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਵੀ। ਹੁਣ ਦੇਖੋ ਜੀ, ਜਿਹੜੀਆਂ ਇਹ ਠੀਕ ਹੈ ਗੱਲ, ਸਰਕਾਰ ਵੱਲੋਂ ਹਜੇ ਕੋਈ ਬਿਆਨਬਾਜ਼ੀ ਨਹੀਂ, ਪਰ ਚੋਣਾਂ ਦਾ ਭਾਵੇਂ ਹੈਗੀਆਂ ਨੇ, ਪਰ ਜੇ ਸਾਡਾ ਪ੍ਰੈਸ਼ਰ ਅਸਲ 'ਚ ਗੱਲ ਤਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਸਰਕਾਰ ਜੇ ਪਿੱਛੇ ਹਟੂਗੀ, ਸਾਡੀ ਗੱਲ ਮੰਨੂਗੀ ਜਾਂ ਮੰਨਣ ਤੋਂ ਪਹਿਲਾਂ ਸਾਨੂੰ ਗੱਲਬਾਤ ਲਈ ਸੱਦੂਗੀ। ਹੁਣ ਤਾਂ ਉਹਨਾਂ ਨੇ ਕੰਡੀਸ਼ਨ ਲਾਤੀ ਵੀ ਜਿਹੜਾ ਅਸੀਂ ਪ੍ਰਪੋਜ਼ਲ ਦਿੱਤੀ ਹੈ 1.5 ਸਾਲ ਵਾਲੀ, ਜੇ ਸਾਨੂੰ ਮਨਜ਼ੂਰ ਹੈ ਤਾਂ ਸਾਨੂੰ ਫੋਨ ਕਰ ਦਿਓ, ਅਸੀਂ ਸੱਦ ਲਾਂਗੇ। ਜੇ ਸਾਨੂੰ ਨਹੀਂ ਮਨਜ਼ੂਰ ਤਾਂ ਕੋਈ ਗੱਲਬਾਤ ਨਹੀਂ ਤੇ ਕੋਈ ਮੀਟਿੰਗ ਨਹੀਂ। ਉਹਨਾਂ ਨੇ ਬਾਈ ਨੂੰ ਕਹਿਤਾ ਸੀਗਾ। ਸੋ ਇਸ ਕਰਕੇ ਵੀ ਜੇ ਸਾਡਾ ਪ੍ਰੈਸ਼ਰ ਉਦੋਂ ਵੱਧ ਜਾਂਦਾ, ਜਿਵੇਂ ਹੁਣ ਅਸੀਂ ਪਹਿਲਾਂ ਕੀਤੇ ਆ ਵੀ ਹੁਣ ਤੱਕ ਅਸੀਂ 26 ਤੋਂ ਬਾਅਦ ਜਿਹੜਾ ਜੇ ਇਹਨੂੰ ਸਪੋਰਟਸਮੈਨ ਦੀ ਭਾਵਨਾ ਦੇ ਚ ਭਾਸ਼ਾ 'ਚ ਗੱਲ ਕਰਨੀ ਹੋਵੇ ਤਾਂ ਅਸੀਂ ਡਿਫੈਂਸ ਤੇ ਹੋ ਕੇ ਖੇਡੇ ਹਾਂ ਅਸੀਂ। ਇਹ ਪਰ ਹੈਗਾ ਵੀ ਜੇ ਡਿਫੈਂਸ ਤੇ ਹੋ ਕੇ ਖੇਡਾਂਗਾ ਤਾਂ ਠੀਕ ਆ, ਵਿਰੋਧੀ ਉੱਤੋਂ ਦੀ ਰਹਿੰਦਾ ਹੈ ਵੀ ਤਾਂ ਘਿਰ ਗਏ, ਹੁਣ ਇਹਨਾਂ ਨੂੰ ਘੇਰ ਲਿਆ, ਹੁਣ ਕੋਈ ਬੱਲੇਬਾਜ਼ੀ ਇਹਨਾਂ ਦੀ ਖਤਮ ਹੈ, ਰਨ ਨਹੀਂ ਬਣਾ ਸਕਣਗੇ। ਜਦੋਂ ਅਸੀਂ ਥੋੜ੍ਹਾ ਜਿਹਾ ਹੁਣ ਔਫੈਂਸ ਤੇ ਹੋਵਾਂਗੇ, ਅਸੀਂ ਆਹ ਸਾਡਾ ਐ ਸਮਝ ਲਓ ਵੀ ਜਿਹੜਾ 6 ਵਾਲਾ ਐਕਸ਼ਨ ਹੈ ਇਹ ਸਾਡਾ ਇੱਕ ਔਫੈਂਸਿਵ ਹੋਊਗਾ। ਇਹ ਸ਼ਿਬੇ ਕ੍ਰੀਜ਼ ਤੋਂ ਬਾਹਰ ਹੋ ਖੇਡੋਗੇ ਨਹੀਂ, ਥੋੜਾ ਜਿਹਾ ਰਿਸਕ ਲਵਾਂਗੇ, ਜਿਹੜਾ ਐਂ ਡਰੀ ਜਾਵੇ ਵੀ ਕਿਤੇ ਸਾਡਾ ਕਿਤੇ ਵਿਕਟ ਨਾ ਡਿੱਗ ਪਏ, ਕਿਤੇ ਐਂ ਜੇ ਬੱਲੇਬਾਜ਼ ਡਰੀ ਗਿਆ, ਠੀਕ ਆ, ਜੋਖਮ ਤਾਂ ਲੈਣੀ ਪੈਂਦਾ, ਫਿਰ ਹੀ ਰਨ ਬਣਨਗੇ, ਨਹੀਂ ਤਾਂ ਅਗਲਾ ਉੱਥੇ ਘੇਰੀ ਰੱਖੂਗਾ, ਸਾਨੂੰ ਸਿੰਗਲ ਰਨ ਵੀ ਨਹੀਂ ਲੈਣ ਦੇਣਾ, ਚੌਕਾ ਛੱਕਾ ਤਾਂ ਦੂਰ ਦੀ ਗੱਲ ਰਹੇਗੀ, ਇਹਨੇ ਟਾਈਮ ਓਵਰ ਹੋ ਜਾਊਗਾ, ਫਿਰ ਹਾਰ ਹੀ ਹੋਊਗੀ, ਨੰਬਰਾਂ ਨਾਲ ਹਾਰ ਹੋ ਜਾਊਗੀ। ਨੰਬਰਾਂ ਨਾਲ ਹਾਰ ਕਰਾਉਣ ਦੀ ਬਜਾਏ ਤਾਂ ਥੋੜਾ ਜੋਖਮ ਲੈਣਾ ਮੇਰਾ ਖਿਆਲ ਹੈ ਠੀਕ ਹੈ। ਸਪੋਰਟਸਮੈਨ ਦੀ ਭਾਵਨਾ ਨਾਲ ਲੈਂਦੇ ਹੀ ਹੁੰਦੇ ਆ ਜੋਖਮ, ਛੱਕਾ ਕਈ ਵਾਰੀ ਛੱਕਾ ਵੀ ਲੱਗ ਜਾਂਦਾ ਤੇ ਵਿਕਟ ਉਹ ਆਊਟ ਵੀ ਹੋ ਜਾਂਦਾ ਹੁੰਦਾ। ਕਿਤੇ ਉਮੀਦ ਤਾਂ ਚਲੋ ਰਹਿੰਦੀ ਹੈ। ਸੰਭਾਵਨਾ ਦੀ ਗੱਲ ਕਰ ਲਈਏ, ਹੁਣ ਜੋ ਤੁਸੀਂ ਕਾਲ ਦਿੱਤੀ ਹੈ, ਚਾਹੇ ਉਹ 6 ਤਰੀਕ ਦੀ ਹੈ, ਉਦੋਂ ਬਾਅਦ ਚਾਹੇ ਮਹਿਲਾ ਦਿਵਸ ਮਨਾਇਆ ਜਾਣਾ, ਉਦੋਂ ਬਾਅਦ ਜਿਹੜੀਆਂ ਅਗਲੀਆਂ ਕਾਲਸ ਆਉਂਦੀਆਂ ਨੇ, ਕੀ ਲੱਗਦਾ ਹੈ ਵਾਕਈ ਸਰਕਾਰ ਦਬਾਅ ਮੰਨੂਗੀ? ਤੁਹਾਡੇ ਉਹ ਛੱਕਾ ਵਾਕਈ ਉਹ ਛੱਕਾ ਲੱਗੂਗਾ ਜਾਂ ਕ੍ਰੀਜ਼ ਤੋਂ ਬਾਹਰ ਸ਼ਾਟ ਖੇਡ ਦਿੰਦਾ? ਦੇਖੋ ਜੀ, ਜਿਹੜਾ 6 ਮਾਰਚ ਵਾਲਾ ਹੈਗਾ ਇਹ ਅਗਲੇ ਵੱਡੇ ਐਕਸ਼ਨ ਦੀ ਗਰਾਊਂਡ ਤੈਅ ਕਰ ਦੂਗਾ। ਅਸੀਂ ਸੱਦਾ ਦਿੱਤਾ ਵੀ ਭਾਈ 6 ਨੂੰ ਉਵੇਂ ਹੀ ਆਓ ਜਿਵੇਂ 26 ਨੂੰ ਆਏ ਸੀਗੇ, ਕਾਫਲੇ ਬੰਨ੍ਹ ਕੇ ਤਿਆਰੀਆਂ ਕਰਕੇ ਵੱਡੇ ਪਿੰਡ, ਹਰੇਕ ਪਿੰਡਾਂ 'ਚੋਂ ਕਾਫਲੇ ਆਉਣ, 50-50 60-60 ਬੰਦੇ ਘੱਟੋ ਘੱਟ ਹਰੇਕ ਪਿੰਡ ਦੇ ਹੋਣ। ਤੇ ਜੇ ਇੱਥੇ 19 ਮਤਲਬ 26 ਜਨਵਰੀ ਵਾਲੀ ਇੱਥੇ ਗੈਦਰਿੰਗ ਹੁੰਦੀ ਹੈ, ਇੱਥੇ ਇਕੱਠ ਹੁੰਦਾ ਹੈ, ਤੇ ਜਿਹੜਾ ਉੱਦੇ 5 ਘੰਟੇ ਉੱਥੇ ਕੋਈ ਵੀ ਵਹੀਕਲ ਨਹੀਂ ਆਉਂਦਾ, ਮੁਕੰਮਲ ਜਾਮ ਹੁੰਦਾ ਉਹਦਾ KMP ਦਾ, ਤਾਂ ਉਹਦੇ ਵਿੱਚ ਜਾਨ ਭਰੂਗਾ, ਰੂਹ ਭਰੂਗਾ, ਦੁਬਾਰੇ ਉਹਦੇ 'ਚ ਤਾਜ਼ਗੀ ਲਿਆਊਗਾ, ਉਹਦੇ 'ਚ ਰੂਹ ਵੀ ਭਰੂਗਾ, ਸਪਿਰਿਟ ਵੀ ਭਰੂਗਾ। ਤੇ ਉਦੋਂ ਬਾਅਦ ਜਦੋਂ ਇਹ ਸਫਲ ਹੋ ਗਿਆ ਸਾਡਾ ਪੂਰੇ ਜਾਬਤੇ 'ਚ, ਪੂਰੇ ਡਿਸਪਲਿਨ 'ਚ, ਪੂਰੇ ਜਿਵੇਂ ਪਹਿਲਾਂ ਅਸੀਂ KMP ਦਾ ਇੱਕ ਦਿਨ ਟਰੈਕਟਰ ਮਾਰਚ ਕੀਤਾ ਸੀ, ਉਸ ਤਰੀਕੇ ਨਾਲ ਇਹ ਜਾਮ ਹੋ ਗਿਆ, ਤਾਂ ਸਮਝ ਲਓ ਵੀ ਉਦੋਂ ਕਹਾ ਜੇ ਅਸੀਂ ਵੱਡਾ ਐਕਸ਼ਨ ਵੀ ਦੇ ਦਿਆਂਗੇ, ਕੋਈ ਦਿੱਲੀ ਨੂੰ ਘੇਰਨ ਵਾਲਾ ਜਾਂ ਕੋਈ ਕੂਚ ਕਰਨ ਵਾਲਾ, ਪੈਦਲ ਕੂਚ ਵਾਲਾ, ਮੈਨੂੰ ਲੱਗਦਾ ਵੀ ਉਹ ਵੀ ਸਫਲ ਹੋਣਗੇ। ਤਿਆਰੀ ਹੋ ਚੁੱਕੀ ਹੈ, ਕਿਉਂਕਿ ਬਿਆਨ ਪਹਿਲਾਂ ਆ ਚੁੱਕਿਆ ਹੈ। 40 ਲੱਖ ਟਰੈਕਟਰਾਂ ਦੀ ਗੱਲ ਹੋਵੇ, ਚਾਹੇ ਅਕਤੂਬਰ ਤੱਕ ਅੰਦੋਲਨ ਦੀ ਗੱਲ ਹੋਵੇ, ਚਾਹੇ ਫਿਰ ਪੈਦਲ ਮਾਰਚ ਦੀ ਗੱਲ ਹੋਵੇ ਦਿੱਲੀ ਤੱਕ ਦਾ, ਇਹ ਤਿਆਰੀਆਂ ਹੋਣ ਲੱਗ ਪਈਆਂ ਦੀਆਂ। ਦੇਖੋ ਜੀ, ਆਪਸ਼ਨਾਂ ਇਹ ਸਾਰੀਆਂ ਆਉਣ ਲੱਗ ਪਈਆਂ ਬਈ, ਇਹ ਆਪਸ਼ਨਾਂ ਨੂੰ ਆਪਾਂ ਨੂੰ ਅਪਣਾਉਣਾ ਪਊਗਾ। ਚੱਲ ਭਾਵੇਂ ਉਹ ਟਕੈਤ ਨੇ ਬਿਆਨ ਦਿੱਤਾ, ਉਹ ਕਿਹੜਾ ਵੀ ਹੁਣੇ ਕਰਾਂਗੇ,
ਵੀ ਉਹਦਾ ਭਾਵ ਵੀ ਭਵਿੱਖ ਦੇ ਵਿੱਚ ਸਾਨੂੰ ਇਹ ਕਰਨੇ ਪੈਣਗੇ ਵੀ ਜੇ ਅਸੀਂ ਮੈਚ ਜਿੱਤਣਾ ਜਾਂ ਅਸੀਂ ਸਰਕਾਰ ਨੂੰ ਹਰਾਉਣਾ ਤੇ ਆਪਦੀਆਂ ਮੰਗਾਂ ਬਣਾਉਣੀਆਂ ਨੇ, ਫਿਰ ਸਾਨੂੰ ਇਹੋ ਜਿਹੀਆਂ ਆਪਸ਼ਨਾਂ ਲੈਣੀਆਂ ਪੈਣਗੀਆਂ ਜਿਹਦੇ ਵਿੱਚ ਦੁਬਾਰੇ ਟਰੈਕਟਰ ਮਾਰਚ ਵੀ ਹੋ ਸਕਦਾ, ਪੈਦਲ ਬਿਨਾਂ ਟਰੈਕਟਰਾਂ ਤੋਂ ਪੈਦਲ ਮਾਰਚ ਵੀ ਹੋ ਸਕਦਾ, ਦਿੱਲੀ ਨੂੰ 4 ਚੁਫੇਰੋ ਜਿੰਨੇ ਵੀ ਇਹਦੇ ਰਸਤੇ ਹੈਗੇ ਆ ਸਾਰਿਆਂ ਨੂੰ ਬੰਦ ਕਰਕੇ ਦਿੱਲੀ ਦਾ ਮੁਕੰਮਲ ਘਰਾਓ ਵਾਲਾ ਵੀ ਹੋ ਸਕਦਾ। ਇਹ ਸਾਰੀਆਂ ਆਪਸ਼ਨਾਂ ਆ ਚੁੱਕੀਆਂ ਨੇ। ਇਹ ਸਾਡੀਆਂ 6 ਮਾਰਚ ਤੋਂ ਬਾਅਦ ਜੇ 6 ਨੂੰ ਪੂਰਾ ਸਫਲ ਹੋ ਜਾਂਦਾ ਗਿਣਤੀ ਪੱਖੋਂ ਵੀ ਤੇ ਜ਼ਾਬਤੇ ਪੱਖੋਂ ਵੀ, ਤੇ ਤੀਜਾ ਜਿਹੜਾ ਹੈਗਾ ਮੁਕੰਮਲ ਜਿਹੜਾ ਟ੍ਰੈਫਿਕ ਜਾਮ ਪੱਖੋਂ ਵੀ, ਕਈ ਵਾਰੀ ਹੁੰਦਾ ਅੱਧੀ ਬਚਦੀ ਟ੍ਰੈਫਿਕ ਚੱਲੀ ਜਾਂਦੀ ਹੈ, ਅੱਧੀ ਬੰਦ ਹੋ ਜਾਂਦੀ ਹੈ। ਜੇ 100% ਉਹਦੇ ਟ੍ਰੈਫਿਕ ਬੰਦ ਕਰ ਦਿੰਦੇ ਆ ਅਸੀਂ KMP ਦੀ, ਤਾਂ ਇਹ ਸਮਝ ਲਓ ਉਦੋਂ ਬਾਅਦ ਵਾਲੀਆਂ ਜਿਹੜੀਆਂ ਆਪਸ਼ਨਾਂ ਹੋਣਗੀਆਂ ਉਹਨਾਂ ਵਾਸਤੇ ਵੀ ਰਾਹ ਪੱਧਰਾ ਹੋਊਗਾ, ਗਰਾਊਂਡ ਬਣੂਗੀ ਤੇ ਲਾਜ਼ਮੀ ਉਹ ਦੇਣੀਆਂ ਪੈਣਗੀਆਂ। ਨਹੀਂ ਤਾਂ ਫਿਰ ਜੇ ਅਸੀਂ ਕੋਈ ਐਕਸ਼ਨ ਨਾ ਦਿੱਤਾ ਉਹ ਤਾਜ਼ਗੀ ਨਹੀਂ ਆਉਂਦੀ, ਨਾ ਉਹਦੇ ਵਿੱਚ ਰੂਹ ਭਰੀ ਜਾਵੇ। ਰੂਹ ਤਾਂ ਫਿਰ ਜਿਹੜਾ ਐਕਸ਼ਨ ਆ ਉਹੀ ਭਰੂਗਾ। ਰੂਹ ਭਰਨ ਦੇ ਲਈ ਫੂਲ ਸਾਹਿਬ ਮੇਰਾ ਆਖਰੀ ਸਵਾਲ ਹੈ, ਰੂਹ ਭਰਨ ਦੇ ਲਈ ਕੋਈ ਆਪ ਦੇ ਵੱਲੋਂ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ ਵੀ ਸਰਕਾਰ ਨਾਲ ਜਦੋਂ ਮੀਟਿੰਗ ਹੁੰਦੀ ਹੈ ਤੁਸੀਂ ਕੋਈ ਪ੍ਰਪੋਜ਼ਲ ਦੇ ਕੇ ਆਉਂਗੇ ਸਰਕਾਰ ਨੂੰ? ਸਰਕਾਰ ਨਾਲ ਮੀਟਿੰਗ 'ਚ ਤਾਂ ਨਹੀਂ ਪ੍ਰਪੋਜ਼ਲ, ਉਹ ਤਾਂ ਜਦੋਂ ਹੁਣ ਇੱਕ ਤਾਂ ਜਿਹੜੀ ਸਰਕਾਰ ਦੀ ਤੁਸੀਂ ਕਹਿੰਦੇ ਵੀ ਸਰਕਾਰ ਨੇ ਪ੍ਰਪੋਜ਼ਲ ਦਿੱਤੀ ਹੈ, ਪ੍ਰਸਤਾਵ ਦਿੱਤਾ, ਉਹ ਤਾਂ ਅਸੀਂ ਰੱਦ ਕਰਤਾ। ਸਾਡਾ ਪ੍ਰਸਤਾਵ ਤਾਂ ਹੈਗੀ ਆ ਵੀ ਉਹਦੀ ਗਰੰਟੀ ਹੋਵੇ ਉਹਦੀ, ਚਲੋ ਉਹ ਦੱਸ ਸਕਦੇ ਆ ਵੀ ਗਰੰਟੀ ਅਸੀਂ ਐ ਨਹੀਂ ਐਂ ਕਰ ਸਕਦੇ ਆ, ਅਸੀਂ ਜੇ ਕਾਨੂੰਨ ਨਹੀਂ ਬਣਾ ਸਕਦੇ ਗਰੰਟੀ ਵਾਲਾ ਤਾਂ ਉਹਦੀ ਥਾਂ ਤੇ ਅਸੀਂ ਇਸ ਤਰੀਕੇ ਨਾਲ ਗਰੰਟੀ ਕਰ ਸਕਦੇ ਆ। ਕਿਉਂਕਿ ਹੁਣ ਤੱਕ ਤਾਂ ਕੋਈ ਗਰੰਟੀ ਨਹੀਂ, MSP ਦਾ ਐਲਾਨ ਕਰ ਦਿੰਦੇ ਆ ਭਾਵੇਂ ਉਹਦੇ ਸਰਕਾਰ ਖਰੀਦੇ ਨਾ ਖਰੀਦੇ, ਚਲ ਉਸ ਦੇ ਵਿੱਚ ਕੋਈ ਐਂ ਹੋ ਜੇ ਲੈ ਭਾਈ ਵੀ ਅਸੀਂ ਇੰਨੀ ਗਰੰਟੀ ਕਰ ਦਿੰਦੇ ਆ, ਅਸੀਂ ਟੋਟਲ ਫਸਲ ਦੀ ਨਹੀਂ ਗਰੰਟੀ ਕਰਦੇ, ਅਸੀਂ 75 ਦੀ ਗਰੰਟੀ ਕਰ ਦਿੰਦੇ ਹਾਂ, 75% ਦੀ, ਅਸੀਂ 50% ਦੀ ਗਰੰਟੀ ਕਰ ਦਿੰਦੇ ਆ ਪਹਿਲੇ ਸਾਲ, ਦੂਜੇ ਸਾਲ 75 ਦੀ ਕਰ ਦਿਆਂਗੇ, ਤੀਜੇ ਸਾਲ 100 ਦੀ ਕਰ ਦਿਆਂਗੇ। ਸਰਕਾਰ ਇਹੋ ਜਿਹੇ ਆਪਸ਼ਨ ਲੈ ਕੇ ਆਵੇ ਵੀ ਗਰੰਟੀ ਵਾਲੀ ਗੱਲ ਤੇ ਵੀ ਤੁਸੀਂ ਜਿਹੜੀ 100% ਦੀ ਗਰੰਟੀ ਸਾਰੀਆਂ ਫਸਲਾਂ ਦੀ ਕਰਦੇ ਆ, ਅਸੀਂ ਇੰਨੇ ਦੀ ਕਾਨੂੰਨੀ ਗਰੰਟੀ ਕਰ ਦਿੰਦੇ ਆ। ਹਜੇ ਤਾਂ ਕਾਨੂੰਨੀ ਗਰੰਟੀ ਤੇ ਆ ਵੀ ਨਹੀਂ ਰਹੇ, ਹਜੇ ਤਾਂ ਸਿਰਫ ਐਗਜੈਕਟਿਵ ਫੈਸਲਾ ਹੁੰਦਾ ਇਹਨਾਂ ਦਾ ਵੀ ਭਾਈ ਅਸੀਂ ਫਸਲ ਖਰੀਦਾਂਗੇ, ਖਰੀਦਣ ਨਾ ਖਰੀਦਣ ਉਹਦੇ ਤੇ ਜਵਾਬਦੇਹੀ ਕੋਈ ਨਹੀਂ ਉਹ। ਸੋ ਇਸ ਕਰਕੇ ਇਹ ਤਾਂ ਸਰਕਾਰ ਦੀ ਆਪਸ਼ਨ ਬਣਦੀ ਹੈ ਜਾਂ ਉਹਦੀ ਪ੍ਰਪੋਜ਼ਲ ਬਣਦੀ ਆ ਵੀ ਭਾਈ ਅਸੀਂ ਕਾਨੂੰਨਾਂ ਨੂੰ 3 ਨੂੰ ਨਹੀਂ ਵੀ 2 ਨੂੰ ਹੁਣ ਰੱਦ ਕਰ ਦਿੰਦੇ, 1 ਨੂੰ ਬਾਅਦ ਚ ਰੱਦ ਕਰ ਦਿਆਂਗੇ, ਕੋਈ ਉਹ ਲੈ ਕੇ ਆਉਣ। ਉਹ ਤਾਂ ਖੜੇ ਆ ਵੀ ਕੋਈ ਕਾਨੂੰਨ ਰੱਦ ਰਹੂਗਾ। ਤੁਸੀਂ ਕਹਿ ਰਹੇ ਹੋ ਵੀ ਸਰਕਾਰ ਜੇ ਇਦਾਂ ਪ੍ਰਪੋਜ਼ਲ ਲਿਆਉਂਦੀ ਸਰਕਾਰ ਤੇ ਵਿਸ਼ਵਾਸ ਰਹੂਗਾ ਇਸ ਚੀਜ਼ ਨੂੰ ਲੈ ਕੇ? ਨਹੀਂ, ਸਰਕਾਰ ਗੱਲਬਾਤ ਲਈ ਪਹਿਲੀ ਗੱਲ ਤਾਂ ਬੁਲਾਵੇ, ਕੋਈ ਕੰਡੀਸ਼ਨ ਨਾ ਲਾਵੇ, ਉਹ ਕਹੇ ਵੀ ਹਾਂ ਭਾਈ ਅਸੀਂ MSP ਵਾਲੀ ਗਰੰਟੀ ਤੇ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਗੱਲ ਤੇ ਅਸੀਂ ਦੁਬਾਰੇ ਗੱਲ ਕਰਨਾ ਚਾਹੁੰਦੇ ਆ। ਉਹਦੇ ਵਿੱਚ ਫਿਰ ਲੈ ਕੇ ਆਵੇ ਵੀ ਭਾਈ ਰੱਦ ਅਸੀਂ ਐਂ ਕਰਾਂਗੇ, MSP ਦੀ ਗਰੰਟੀ ਅਸੀਂ ਐਂ ਕਰਾਂਗੇ, ਟੋਟਲ ਦੀ ਨਹੀਂ ਕਰਾਂਗੇ, ਇੰਨੀ ਦੀ ਕਰਾਂਗੇ, ਉਹ ਲੈ ਕੇ ਆਵੇ ਕੋਈ ਪ੍ਰਪੋਜ਼ਲ ਤੇ ਅਸੀਂ ਜਾ ਵੜਾਂਗੇ ਗੱਲਬਾਤ ਲਈ। ਸਾਡੇ ਵੱਲੋਂ ਤਾਂ ਦਿੱਤੀ ਹੋਈ ਆ ਵੀ MSP ਦੀ ਗਰੰਟੀ ਹੋਵੇ, ਕਾਨੂੰਨ ਰੱਦ ਹੋਣ, ਉਹ ਦੱਸਣ ਵੀ ਭਾਈ ਅਸੀਂ ਐਂ ਗਰੰਟੀ ਕਰ ਸਕਦੇ ਹਾਂ, ਇੰਨੀ ਗਰੰਟੀ ਕਰ ਸਕਦੇ ਹਾਂ ਅਸੀਂ। ਇਹ ਤਾਂ ਸਰਕਾਰ ਦੀ ਆਲੇ ਪਾਸੇ ਗੇਂਦ ਗਈ ਹੋਈ ਆ, ਉਹਨਾਂ ਨੂੰ ਹੁਣ ਪ੍ਰਪੋਜ਼ਲ ਦੇਣ, ਸੱਦਾ ਦੇਣ, ਜਾ ਵੜਾਂਗੇ ਅਸੀਂ। ਸਰਕਾਰ ਦੇ ਪਾਲੇ ਵਿੱਚ ਗੇਂਦ ਹੈ, ਪਰ ਹੁਣ ਦੇਖਣਾ ਇਹ ਹੈ ਕਿ ਇਸ ਗੇਂਦ ਨਾਲ ਸਰਕਾਰ ਡਿਫੈਂਸ ਕਰਦੀ ਹੈ ਜਾਂ ਫਿਰ ਕੋਈ ਸ਼ਾਟ, ਜਿਵੇਂ ਕਿ ਸੁਰਜੀਤ ਫੂਲ ਜੀ ਕਹਿੰਦੇ ਨੇ ਕਿ ਰਿਸਕ ਲੈ ਕੇ ਕ੍ਰੀਜ਼ ਤੋਂ ਬਾਹਰ ਹੋ ਕੇ ਛੱਕੇ ਵਾਲੀ ਸ਼ਾਟ ਖੇਡਣੀ ਪੈਣੀ ਹੈ, ਕਿ ਸਰਕਾਰ ਉਹ ਸ਼ਾਟ ਕੀ ਖੇਡਦੀ ਹੈ। ਤੇ ਵੱਡੀ ਗੱਲ ਇਹ ਹੈ ਜੋ ਕਿਸਾਨਾਂ ਦੇ ਵੱਡੇ ਐਕਸ਼ਨ ਨੇ ਜਿਹਦੇ ਲਈ ਸ਼ਾਇਦ ਆਪਸ਼ਨਸ ਜੋ ਸੁਰਜੀਤ ਫੂਲ ਦਾ ਕਹਿਣਾ ਹੈ ਕਿ ਹੈਗੀਆਂ ਨੇ, ਉਹ ਕਦੋਂ ਉਹਨਾਂ ਦੀ ਵਿਉਂਤਬੰਦੀ ਘੜੀ ਜਾਂਦੀ ਹੈ ਤੇ ਕਦੋਂ ਉਹ ਲਾਗੂ ਕਰਕੇ ਜ਼ਮੀਨੀ ਪੱਧਰ ਤੇ ਦੁਬਾਰਾ ਕਿਸਾਨ ਸੜਕਾਂ ਦੇਖਣ ਨੂੰ ਮਿਲਣਗੇ ਤੇ ਕੀ ਉਹਦਾ ਸਰਕਾਰ ਨਾਲ ਦਬਾਅ ਪਵੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਜਸਪ੍ਰੀਤ ਦੇ ਨਾਲ ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ ਦਿੱਲੀ।